ਇਲੈਕਸ਼ਨਾਂ ਦੇ ਟਾਈਮ ਤੇ 84 ਦਾ ਮੁੱਦਾ ਜਾਗ ਜਾਂਦਾ, ਸਾਨੂੰ ਵੀ ਆ ਕੇ ਪਲੋਸ ਲੈਂਦੇ ਨੇ ਇਲੈਕਸ਼ਨਾਂ ਤੋਂ ਬਾਅਦ ਤੁਹਾਡਾ ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ। ਦੋ ਦੇਸ਼ਾਂ ਦੀ ਲੜਾਈ ਹੋਵੇ ਤਾਂ ਵੀ ਮਹਿਸੂਸ ਹੁੰਦਾ ਵੀ ਦੁਸ਼ਮਣ ਸਾਡੇ ਨਾਲ ਆ ਕਰ ਰਿਹਾ, ਸਾਡੇ ਤੇ ਆਪਣਿਆਂ ਨਹੀਂ ਉੱਠ ਕੇ ਸਾਡੇ ਘਰਾਂ ਦੇ ਵਿੱਚੋਂ ਕੋ ਕੇ ਸਾਡੇ ਭੈਣ ਭਰਾਵਾਂ ਨੂੰ ਮਾਰਿਆ ਜਾਏਗਾ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣਗੀਆਂ। ਤੁਸੀਂ ਫਿਰ ਕੌਣ ਗਵਾਇਆ ਸਾਰੇ ਇਸ ਘਟਨਾਕ੍ਰਮ ਦੇ ਵਿੱਚ? ਕਿੰਨੇ ਜੀ ਤੁਹਾਡੇ ਇਸ ਜਹਾਨ ਨੂੰ ਅਲਵਿਦਾ ਕਹਿ ਗਏ? ਅੱਜ ਵੀ ਯਾਦ ਆ, ਉਹ ਘੜੀ ਵੀ ਯਾਦ ਆ, ਉਹ ਰੋਟੀ ਵੀ ਯਾਦ ਆ, ਉਹ ਦ੍ਰਿਸ਼ ਵੀ ਯਾਦ ਆ। ਉਹ ਬਾਹਰ ਨਿਕਲਿਆ, ਕਹਿੰਦਾ ਦੇਖਾਂ ਕੀ ਹੋਇਆ। ਉਹ ਬਾਹਰ ਹਾਲੀ ਦਰਵਾਜ਼ੇ ਦੇ ਵਿੱਚ ਸੀ, ਉਹਨੂੰ ਖਿੱਚ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਜਿੰਦੇ ਨੂੰ ਅੱਗ ਲਗਾ ਦਿੱਤੀ। ਦੇ ਵਕਤ ਪਿਆ ਜਦੋਂ ਰੋਣ ਦਾ ਮਤਲਬ ਵੀ ਨਹੀਂ ਪਤਾ ਸੀ ਵੀ ਕਿ ਸਾਡੇ ਆਲੇ ਦੁਆਲੇ ਲੋਕ ਰੋ ਕਿਉਂ ਰਹੇ। ਸਾਡੀ ਨਨਾਣ ਸੀ, ਕਹਿੰਦੀ ਆ ਲਾਸ਼ਾਂ ਪਈਆਂ ਹੋਈਆਂ, ਲਾਸ਼ਾਂ ਦੇ ਉੱਪਰੋਂ ਨਿਕਲੋਗੇ ਪਰ ਤੁਸੀਂ ਰੋਣਾ ਨਹੀਂ, ਕਿਸੇ ਨੇ ਆਵਾਜ਼ ਨਹੀਂ ਕੱਢਣੀ, ਕਿਸੇ ਨੂੰ ਇਹ ਨਾ ਪਤਾ ਲੱਗੇ ਭਈ ਮੈਂ ਕੁੜੀਆਂ ਲੈ ਕੇ ਜਾ ਰਹੀ ਹਾਂ। ਭਾਈ ਜੀ ਜਿਹੜੇ ਉੱਥੇ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਬਾਹਾਂ ਵੀ ਲੈ ਲਿਆ ਤੇ ਉਹਦੀ ਪੱਗ ਲਾ ਕੇ ਉਹਨੂੰ ਕੇਸਾਂ ਤੋਂ ਧੂ ਕੇ ਉਹਨੂੰ ਲੱਤਾਂ ਮਾਰੀਆਂ, ਗੁਰੂ ਗ੍ਰੰਥ ਸਾਹਿਬ ਜੀ ਤੇ ਮਾਰੀਆਂ। ਫਿਰ ਉੱਥੇ ਹੀ ਜਿੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸੰਸਕਾਰ ਹੋਇਆ ਤੇ ਉਹ ਭਾਈ ਜੀ ਦਾ ਵੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਮਾਂ ਦੇ ਨਾਲ ਬਲਾਤਕਾਰ ਹੋਇਆ। ਇਹ ਚੀਜ਼ ਕਦੀ ਸੁਣੀ ਆ ਕਿ ਕਿਸੇ ਦੇਸ਼ ਦੇ ਵਿੱਚ ਇਹ ਹਾਲਾਤ ਹੋਏ ਹੋਣ ਕਿ ਪੁੱਤਰਾਂ ਨੂੰ ਸਾਹਮਣੇ ਖੜਾ ਕੇ ਮਾਵਾਂ ਨੂੰ ਨੰਗਿਆ ਕੀਤਾ ਗਿਆ। ਐ ਕਰਕੇ ਮੇਰੇ ਸਾਹਮਣੇ ਤੜਫੇ ਸਨ, ਐ ਜੱਲੇ ਸਨ, ਐ ਹੋਇਆ ਸੀਗਾ। ਫਿਰ ਉਹਨਾਂ ਦੀਆਂ ਲਾਸ਼ਾਂ ਕੁੱਤਿਆਂ ਨੇ ਖਾਧੀਆਂ, ਸੂਰ ਖਿੱਚ ਕੇ ਲੈ ਗਏ, ਉਹਨਾਂ ਦੀਆਂ ਬੇਕਦਰੀਆਂ ਉਹ ਅਸੀਂ ਕਿਵੇਂ ਭੁੱਲਾਂ? ਉਹ ਨਹੀਂ ਭੁੱਲਿਆ ਜਾਂਦਾ। ਇਹ ਉਹੀ ਉਹ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨਹੀਂ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਨਵੰਬਰ ਦਾ ਮਹੀਨਾ ਚੱਲ ਰਿਹਾ ਹੈ, ਪਹਿਲਾ ਹਫ਼ਤਾ ਹੈ। ਇਹ ਉਹ ਤਾਰੀਖਾਂ ਹੁੰਦੀਆਂ ਨੇ ਜਦੋਂ ਸਿੱਖ ਕੌਮ ਨੂੰ ਹਮੇਸ਼ਾ ਉਹ ਔਖੇ ਦਿਨ ਯਾਦ ਆ ਜਾਂਦੇ ਨੇ ਜਿਸ ਵੇਲੇ ਦਿੱਲੀ ਦੇ ਵਿੱਚ ਚੁਣ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਿਸ਼ਾਨਾ ਵੀ ਇਸ ਤਰ੍ਹਾਂ ਬਣਾਇਆ ਗਿਆ ਕਿ ਹੱਸਦੇ ਵਸਦੇ ਪਰਿਵਾਰ, ਹੱਸਦੇ ਵਸਦੇ ਕਾਰੋਬਾਰ ਮਿੰਟਾਂ ਸੈਕਿੰਟਾਂ ਦੇ ਵਿੱਚ ਜਿਹੜਾ ਤਬਾਹ ਕਰਕੇ ਰੱਖ ਦਿੱਤੇ ਗਏ। ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਆਏ, ਉਹਨਾਂ ਨੇ ਮਿਹਨਤਾਂ ਮਜ਼ਦੂਰੀਆਂ ਕੀਤੀਆਂ ਤੇ ਆਪਣੇ ਬੱਚੇ ਆਪਣੇ ਪਰਿਵਾਰ ਪਾਲੇ, ਪਰ ਅਜੇ ਤੱਕ ਜਿਹੜੇ ਉਹਨਾਂ ਦੇ ਜ਼ਖਮ ਨੇ ਉਹ ਅੱਲੇ ਨੇ। ਅਜੇ ਵੀ ਆਪਣੇ ਕਾਰੋਬਾਰ ਆਪਣੇ ਪਰਿਵਾਰ ਨੂੰ ਯਾਦ ਕਰਦਿਆਂ ਹੰਝੂ ਜਿਹੜੇ ਉਹਨਾਂ ਦੇ ਉਹ ਨਿਕਲ ਆਉਂਦੇ ਨੇ, ਭਾਵੁਕ ਹੋ ਜਾਂਦੇ ਨੇ। ਅੱਜ ਸਾਡੇ ਨਾਲ ਕੁਝ ਉਹੀ ਜਿਹੇ ਜਿਹੜੇ ਪਰਿਵਾਰ ਨੇ ਜਿਨ੍ਹਾਂ ਦਾ ਕਿਸੇ ਵੇਲੇ ਸਿੱਕਾ ਦਿੱਲੀ ਦੇ ਵਿੱਚ ਚੱਲਦਾ ਸੀ ਕੰਮਕਾਰ ਦੇ ਲਿਹਾਜ਼ ਨਾਲ, ਪਰ ਜਦੋਂ ਭਾਣਾ ਵਾਪਰਿਆ 84 ਦਾ ਭਾਣਾ ਵਾਪਰਿਆ, ਕਤਲੇਆਮ ਹੋਇਆ, ਤਾਂ ਉਹ ਸੜਕਾਂ ਦੇ ਉੱਤੇ ਆ ਗਏ। ਨੌਕਰਾਂ ਚਾਕਰਾਂ ਦੇ ਜਿਹੜੇ ਮਾਲਕ ਹੁੰਦੇ ਸੀ, ਸੈਂਕੜੇ ਨੌਕਰ ਜਿਹੜੇ ਕਿਸੇ ਵੇਲੇ ਕੰਮ ਕਰਦੇ ਹੁੰਦੇ ਸੀ, ਉਹਨਾਂ ਨੂੰ ਖੁਦ ਮਜ਼ਦੂਰੀ ਕਰਨੀ ਪਈ। ਸਾਡੇ ਨਾਲ ਅੱਜ ਉਹੇ ਜਿਹੀ ਇੱਕ ਪਰਿਵਾਰ ਹੈ, ਤੁਹਾਨੂੰ ਰੂਬਰੂ ਕਰਵਾ ਦੇਣ ਉਹਨਾਂ ਦੇ ਨਾਲ। ਕੀ ਨਾਂ ਹੈ ਜੀ ਬੀਬੀ ਜੀ? ਗੁਰਦੀਪ ਕੌਰ ਜੀ। ਗੁਰਦੀਪ ਜੀ, ਇਹ ਦੱਸੋ ਕਿ ਜਦੋਂ ਇਹ ਸਾਰਾ 84 ਵਾਲਾ ਭਾਣਾ ਵਾਪਰਿਆ ਕਿ ਉਸ ਤੋਂ ਪਹਿਲਾਂ ਦੇ ਤੁਹਾਡੇ ਕੀ ਹਾਲਾਤ ਸੀ? ਕਿਹੋ ਜਿਹਾ ਕਾਰੋਬਾਰ ਸੀ? ਕਿੰਨਾ ਕੁ ਸੁਖਾਵਾ ਮਾਹੌਲ ਘਰ ਦੇ ਵਿੱਚ ਸੀ? ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਦੱਸਦੀ ਹਾਂ। ਪਹਿਲੇ ਤਾਂ 47 ਵਿੱਚ ਉਜੜ ਕੇ ਆਏ ਸੀਗੇ ਮੇਰੇ ਹਸਬੈਂਡ, ਮਤਲਬ ਮੇਰੇ ਸਹੁਰਾ ਪਰਿਵਾਰ। 47 ਤੋਂ ਬਾਅਦ ਆ ਕੇ ਇਹਨਾਂ ਨੇ ਫਿਰ ਮਿਹਨਤ ਕੀਤੀ, ਸਭ ਕੁਝ ਕੀਤਾ, ਇਹ ਵੈਲ ਸੈਟਲ ਹੋ ਗਏ। ਕੀਰਤੀ ਨਗਰ ਦੇ ਵਿੱਚ ਸਾਡੀ ਫੈਕਟਰੀ ਸੀ, ਫਰਿੱਜਾਂ ਦੇ ਪਾਰਟ ਬਣਦੇ ਸਨ। 1100 ਗਾਈ ਦੀ ਏਰੀਏ ਦੇ ਵਿੱਚ ਫੈਕਟਰੀ ਸੀ। ਉੱਥੇ ਕਿੰਨੇ ਹੀ ਬੰਦੇ ਜਿਹੜੇ ਉਹ ਕੰਮ ਕਰਦੇ ਸਨ। ਮਾਇਆਪੁਰੀ ਦੇ ਵਿੱਚ ਸਾਡਾ ਗੋਦਾਮ ਸੀ ਜਿੱਥੇ ਕਿ ਅਸੀਂ ਉਹ ਸਾਰਾ ਸਾਮਾਨ ਜਿਹੜਾ ਤਾਂਬਾ ਪਿੱਤਲ ਹੋਰ ਜਿतना ਵੀ ਸਾਮਾਨ ਲਿਆ ਕੇ ਉੱਥੇ ਡੰਪ ਕਰਦੇ ਸੀਗੇ। ਸਾਡਾ ਆਪਣਾ ਮਕਾਨ ਸੀਗਾ, ਸਭ ਕੁਝ ਸੀਗਾ। ਅਤੇ ਅਸੀਂ ਉਸ ਟਾਈਮ ਆਪਣੇ ਆਪ ਨੂੰ ਇਹ ਸੋਚਦੇ ਸਾਂ ਕਿ ਅਸੀਂ ਸ਼ਾਇਦ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਰਾਜੇ ਹੈਗੇ ਹਾਂ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਕੁਛ ਹੀ ਦਿਨਾਂ ਦੇ ਵਿੱਚ ਅਸੀਂ ਇੱਕ ਭਿਖਾਰੀ ਬਣ ਕੇ ਰਹਿ ਜਾਵਾਂਗੇ। ਜਦੋਂ ਇਹ ਕਾਂਡ ਹੋਇਆ, ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸ ਤੋਂ ਬਾਅਦ ਜਿਹੜਾ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ, ਦਿੱਲੀ ਦੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਜਾਂ ਜੋ ਕੁਝ ਵੀ ਹੋਇਆ ਉਸ ਟਾਈਮ, ਉਹ ਇੱਕ ਦੁਨੀਆ ਨੂੰ ਜਗ ਜ਼ਾਹਿਰ ਹੈਗਾ। ਲੋਕਾਂ ਨੇ ਤੇ ਪੇਪਰ ਪੜ੍ਹੇ, ਟੀਵੀਆਂ 'ਤੇ ਦੇਖਿਆ ਜਾਂ BBC ਲੰਦਨ ਤੋਂ ਖਬਰਾਂ ਆਈਆਂ, ਸਭ ਕੁਝ ਹੋਇਆ। ਅਸੀਂ ਆਪਣੀ ਅੱਖੀ ਦੇਖਿਆ, ਕੰਨੀ ਸੁਣਿਆ, ਹੱਡਾਂ 'ਤੇ ਹੱਡਾਇਆ ਸਭ ਕੁਝ। 35 ਸਾਲ ਹੋ ਗਏ, ਅੱਜ ਵੀ ਸੰਤਾਪ ਭੋਗ ਰਹੇ ਹਾਂ। ਤੁਸੀਂ ਇਹ ਦੇਖੋ, ਅਸੀਂ ਅਗਰ ਸਾਰੀ ਜ਼ਿੰਦਗੀ ਲੱਗੇ ਰਹਾਂ, ਸਾਡੇ ਬੱਚੇ ਵੀ ਲੱਗੇ ਰਹਿਣ ਨਾ ਇਸ ਚੀਜ਼ ਨੂੰ ਕੋਸ਼ਿਸ਼ ਕਰਨ ਕਿ ਅਸੀਂ ਉਹੋ ਜਿਹੇ ਬਣ ਜਾਵਾਂਗੇ, ਤਾਂ ਨਹੀਂ ਬਣ ਸਕਦੇ।
क्योंकि इतना पैसा कमाना या इतनी धन दौलत बनानी, जो कुछ इन्नी मेहनत जो मर्जी कर लवां, नहीं बन सकते। वो चीज़ां हुण असीं उस काबू नहीं कर सकते, उस लेवल ते नहीं जा सकते। पर फिर भी असीं उस परमात्मा दा शुक्र कीता कि चलो असीं पंजाब विच आ गए, किसी दे अगे हत्थ ना अड़ के अपनी मेहनत करनी शुरू कर लई। मेरे बच्चे बहुत छोटे सी, मेरे हसबैंड की कमर की हड्डी टुट गई दी सी, उठ नहीं सकते सी, उन्हां दे इलाज वास्ते पैसा चाहिए। मैं सारी रात सिलाई का काम करती सी। मैं आटे दियां थैलियां भी सीतियां। उस टाइम मेरा ख्याल है मैनू 5 पैसे वो मजदूरी, 2 पैसे मजदूरी मिलती सी एक थैली की। कछहरे सीते जे तो मैनू 5 पैसे मिलते सीगे। मैं कहनी हाँ मैं कोई इहो जिहा मेहनत का काम आ जिहड़ा कच्चा करती सी। मैं स्वैटरां दा बटन लगांदी सी, फुम्मण लगांदी सी। मैं कोई काम इहो जिहा जिहड़ा कि मैं नहीं कीता होएगा, पर मेहनत कीती आ। मैं 84 तो पहले मैं कदी अपने हाथ ते भी ना झाड़ू लैके नहीं सी देखिया, सूई पकड़ के नहीं सी देखी। साडे माँ बाप ने भी सानू मतलब वो जिंदगी दिती सीगी भई साडियां बच्चियां नू कदी किसी किस्म की कोई तत्ती वाह भी ना लगे जे। तो जदों अगे सोहरे परिवार दे विच आई तो उत्थे भी रज के प्यार मिलिया। 3 साल जिंदगी दे ऐ लगदा सीगा कि मैं स्वर्गां दे विच हैगी, शायद मेरी जिंदगी विच कदी कोई दुख हो ही नहीं सकदा, क्यों पेके भी सुख मिलिया, सोहरियां दे विच भी सुख मिलिया। पर यह नहीं सी पता कि 84 दा वो काले दिन साडे ते इहो जे आणगे, साडा सारा सुख सुकून खुशियां सब कुछ मलिया मेट हो जाएगा। असीं ये कदी भी नहीं सी सोचिया। भरिया घर छड्ड के जदों असीं रात निकले सी अपने घरां विचों, सानूं ये आस सीगी असीं कोई दिन 2 दिनां 4 दिनां बाद मुड़ के अपने घरां विच आ जावांगे। जे सानूं पता हुंदा कि साडा ते ये भी लुटिया जाएगा सारा कुछ, असीं होर कोई नहीं, सोना चांदी पैसे ते अपने चुक के जिहड़े घर पे सी वो रख लेंदे। पर असीं कुछ भी नहीं लिया। माहौल इहो जिहा सीगा, 250 बंदे दा हजूम सीगा, किते साडे लोकां दे नाल कोई माड़ा भाणा ना वापर जावे। असी कैंपां विच आ गए, इत्थे आए, रज के मेहनतां कीतियां, रज के सब कुछ कीता। मैं अपने हसबैंड दे नाल इत्थे तक कि जाके ना कई वारी देखो उन्हां दी जदों मैं 15 दिन उन्हां नूं मैडिकल दे विच दाखल रखिया, उस तो बाद घर उन्हां दी मालिशां करदी रही, आप करदी रही, क्यों पैसा तो है नहीं सी मैं बाहरों करवांदी। चलो उन्होंने इन्ने जोगा कर दिता कि उठ के बैठ जावन। मैं खुद मंडी जाना 26 सैक्टर, उत्थों जाके सब्जी, मैं 11 फेस आई सी जदों मैं पंजाब विच आई। मैं सब्जी लियानी, मैं रेहड़ी तैयार करनी, फिर अपने हसबैंड नूं उत्थे जाके बिठाना, फिर मैं आके मैं सिलाई दे काम करने, फिर मैं बच्चे भी देखने, उन्हां दा नवाना धुआना सब कुछ। किवें मैनेज कीता जदों राजिਆਂ वर्गी शाही जिंदगी जिਉਂਦੇ ਜਿਉਂਦੇ एकदम कुछ घंटिਆਂ ਦੇ ਵਿੱਚ टाइम बदल गया सारा? साडे नाल मेरे पेके कश्मीर दे सीगे ते मैं जदों मार्च खत्म होंदा सी ते मैनूं यह महसूस होंदा सी भई मैं हुण जिवें ना तंदूर दे विच बैठ गई हां। मैं कश्मीर चली जांदी सी ते नवंबर दे विच मैं दिल्ली आ जांदी सीगी। पर मैं इत्थे आके 6 महीने बगैर पखे तो जून जुलाई दे दिन मैं पखे तो बिना कट्टे हाँ। मेरी मजबूरी सी, मैनूं पंजाबी भी नहीं समझ नहीं सी आंदी, मैनूं बोलनी भी नहीं सी आंदी। मैं किसी दे घर भी नहीं सी जाती, क्यों जदों दोनों हत्थां नाल हमेशा किसी नूं दिता होवे ते किसी दे अगे आ जाके हाथ अड्डना वो मेरे वास्ते एक मौत तो भी बदतर सीगा। मैं कदी ये काम नहीं किया। मैं अपने घर दे विच ही पेपर लैके चली जाना, चादरां गिल्लियां करके सो लेना, पर मैं कदी किसी दे घर जाके पखे थल्ले नहीं बैठी। वो दिन जदों याद आंदे आ ना ते फिर तो ये लगता देखो जे तो कोई बगाना करे फिर तो महसूस होंदा भाई कोई बगाना साडे नाल कुछ कर रहा। 2 देशां दी लड़ाई होवे अभी महसूस होंदा भाई दुश्मन साडे नाल आ कर रहा। साडे ते अपणियां नहीं उठ के जिहड़ी साडे कहंदे ना जदों बाड़ी खेत नूं खाण जावे ते ओह खाण लग जावे ते ओह खेत किवें बचेगा। साडे ते अपना जिहड़ा प्रधानमंत्री जिहड़ा मालक सी, चलो माँ ने पहले कतलेआम करवाए, वो मर गई, जदों दूजा कातल प्रधान बन गया उन्हें साडे लोकां नूं मरवा दिता बगैर किसी कसूर तो, बगैर किसी वजह तो, बगैर किसी चीज़ तो। और सानू ये आस नहीं सी कि साडे नाल इन्ना कुछ हो जाएगा। साडे दिमाग विच ये चीज़ कदी भी नहीं सी आई। जदों इंदिरा गांधी दा कतल होया, जदों 11 बजे दिल्ली दे विच माड़ियां माड़ियां अग्गां लगणियां शुरू हो गईयां, हल्ला ऐ शुरू हो गया, जिथे भी किते कोई 4 बंदे खड़े होने उन्हां ने सिखां नूं गालां कढणियां शुरू कर दित्तियां, गलत शब्द कहने शुरू कर दिते। पर फिर भी सानू उत्थे
ਤੱਕ ਇਹ ਆਸ ਨਹੀਂ ਸੀਗੀ ਕਿ ਸਾਡੇ ਘਰਾਂ ਦੇ ਵਿੱਚੋਂ ਕੋਹ ਕੇ ਸਾਡੇ ਭੈਣ ਭਰਾਵਾਂ ਨੂੰ ਮਾਰਿਆ ਜਾਏਗਾ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣਗੀਆਂ, ਸਾਡੇ ਘਰਾਂ ਨੂੰ ਜਲਾਇਆ ਜਾਏਗਾ, ਸਾਡੀਆਂ ਪ੍ਰਾਪਰਟੀਆਂ ਲੁੱਟ ਲਈਆਂ ਜਾਣਗੀਆਂ। ਇਹ ਸਾਨੂੰ ਆਸ ਨਹੀਂ ਸੀਗੀ। ਤੇ ਤੁਸੀਂ ਫਿਰ ਕੌਣ ਗਵਾਇਆ ਸਾਰੇ ਇਸ ਘਟਨਾਕ੍ਰਮ ਦੇ ਵਿੱਚ? ਕਿੰਨੇ ਜੀ ਤੁਹਾਡੇ ਇਸ ਜਹਾਨ ਨੂੰ ਅਲਵਿਦਾ ਕਹਿ ਗਏ? ਮੇਰੇ ਆਪਣੇ ਪਰਿਵਾਰ ਦੇ ਵਿੱਚ ਮੇਰੇ 2 ਸਕੇ ਦਿਓਰ ਸੀਗੇ। ਮੇਰੇ ਹਸਬੈਂਡ ਨੂੰ ਮਾਰ ਕੇ ਸਿੱਟ ਗਏ ਸੀ। ਚਲੋ 35 ਸਾਲ ਵਿਚਾਰੇ ਬੈੱਡ ਤੇ ਉਹਨਾਂ ਨੇ ਸੰਤਾਪ ਜਿੰਦਿਆਂ ਭੋਗਿਆ ਹੈਗਾ। ਉਸ ਤੋਂ ਬਾਅਦ ਮੇਰੀ ਨਨਾਣ ਦੇ 2 ਦੋਤੇ ਸੀਗੇ, ਇੱਕ ਸੀਗਾ 20 ਸਾਲ ਦਾ ਤੇ ਇੱਕ ਸੀਗਾ ਕੋਈ 17 ਸਾਲ ਦਾ। ਉਹਨਾਂ ਨੂੰ ਵੀ ਮਾਰ ਦਿੱਤਾ ਜੀ। ਕਿਵੇਂ ਮਾਰਿਆ? ਉਹ ਘਰੋਂ ਗਏ ਹੈਗੇ ਆ। ਜਿਹੜਾ 22 ਸਾਲ ਦਾ ਸੀ ਉਹ ਕੀਰਤਨ ਕਰਦਾ ਸੀ, ਛੋਟਾ ਨਾਲ ਤਬਲਾ ਵਜਾਉਂਦਾ ਸੀਗਾ। ਉਹ ਕੀਰਤਨ ਕਰਨ ਗਏ, ਉਹ ਮੁੜ ਕੇ ਘਰ ਨਹੀਂ ਆਏ। ਉਹਨਾਂ ਨੂੰ ਬੜਾ ਲੱਭਿਆ ਘਰਦਿਆਂ ਨੇ, ਪਰ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ ਉਹ ਕਿੱਥੇ ਗਏ। ਵੱਡੇ ਦਾ ਬਾਅਦ ਵਿੱਚ ਪਤਾ ਲੱਗਿਆ ਵੀ ਉਹਨੂੰ ਗੱਡੀ ਥੱਲੇ ਮਾਰ ਦਿੱਤਾ ਸੀਗਾ। ਵੀ ਗੱਡੀ ਥੱਲੇ ਸੁੱਟਦਿਆਂ ਆਪਣੇ ਲੋਕਾਂ ਨੇ ਦੇਖਿਆ ਸੀ। ਉਹ ਰੋਸ਼ਨਾਰਾ ਰੋਡ ਰਹਿੰਦੇ ਸੀ, ਸਬਜ਼ੀ ਮੰਡੀ। ਤੇ 4 ਜੀ ਸਾਡੇ ਘਰ ਦੇ, ਆਪਣੇ ਪਰਿਵਾਰ ਦੇ 4 ਜੀ ਗਏ ਦੇ ਨਾਲ, 2 ਦਿਓਰ ਤੇ 2 ਨਨਾਣ ਦੇ ਦੋਤੇ। ਉਹ ਕਿਵੇਂ? ਦਿਓਰਾਂ ਨਾਲ ਕੀ ਹੋਇਆ? ਉਹਨਾਂ ਨੂੰ ਤੇ ਜਿੰਦਿਆਂ ਜਲਾ ਦਿੱਤਾ। ਅਸੀਂ ਘਰ ਬੈਠੇ ਆ ਤੇ ਜਦੋਂ ਇਹ ਹੋਇਆ ਵੀ ਇੰਦਰਾ ਗਾਂਧੀ ਮਰ ਗਈ ਤੇ ਲੋਕੀ ਨਾ ਅੱਗਾਂ ਲਗਾਉਣ ਲੱਗ ਗਏ। ਤੇ ਮੇਰੇ ਹਸਬੈਂਡ ਜਿਹੜੇ ਉਹ ਫੈਕਟਰੀ ਵਿੱਚ ਸੀਗੇ ਤੇ ਮੇਰੇ ਦਿਓਰ ਜਿਹੜੇ ਸੀਗੇ ਉਹ ਘਰ ਸੀਗੇ ਤੇ ਕਹਿੰਦੇ ਆ ਨਾ ਵੀ ਫਟਾਫਟ ਨਾ ਰੋਟੀ ਦੇ ਦਿਓ ਵੀ ਅਸੀਂ ਰੋਟੀ ਜਿਹੜੀ ਹੈਗੀ ਆ ਵੀ ਇਹ ਖਾ ਲਵਾਂ। ਤੇ ਉਹ ਰੋਟੀ ਖਾਣ ਬੈਠੇ ਨੇ। ਅੱਜ ਵੀ ਯਾਦ ਆ ਉਹ ਘੜੀ, ਵੀ ਯਾਦ ਆ ਉਹ ਰੋਟੀ, ਵੀ ਯਾਦ ਆ ਉਹ ਦ੍ਰਿਸ਼ ਵੀ ਯਾਦ ਆ। ਰਾਜਮਾ ਤੇ ਚਾਵਲ ਬਣੇ ਸੀਗੇ। ਮੇਰੇ ਦਿਓਰ ਨੇ 1 ਚਮਚ ਮੂੰਹ ਵਿੱਚ ਪਾਇਆ ਹੋਣਾ। ਹਜੂਮ ਆਇਆ 200-250 ਬੰਦੇ ਦਾ ਤੇ ਸਾਨੂੰ ਇਹ ਨਹੀਂ ਸੀ ਪਤਾ ਸਾਨੂੰ ਹੀ ਮਾਰਨ ਆਏ ਆ। ਉਹ ਬਾਹਰ ਨਿਕਲਿਆ, ਕਹਿੰਦਾ ਦੇਖਾਂ ਕੀ ਹੋਇਆ। ਉਹ ਬਾਹਰ ਹਾਲੀ ਦਰਵਾਜ਼ੇ ਦੇ ਵਿੱਚ ਹੀ ਸੀ। ਉਹਨੂੰ ਖਿੱਚ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਜਿੰਦੇ ਨੂੰ ਅੱਗ ਲਗਾ ਦਿੱਤੀ। ਉਹ ਜਦੋਂ ਤੜਫਿਆ ਉਹਨੇ ਚੀਕਾਂ ਮਾਰੀਆਂ, ਬਚਾ ਲਓ। ਵੱਡਾ ਭਰਾ ਉਹਨੂੰ ਬਚਾਉਣ ਗਿਆ, ਉਹਨੂੰ ਵੀ ਉਸ ਤਰ੍ਹਾਂ ਹੀ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਗੱਲੇ ਵੀ ਟਾਇਰ ਪਾ ਕੇ ਜਿੰਦੇ ਨੂੰ ਅੱਗ ਲਗਾ ਦਿੱਤੀ। ਉਹ ਚਲਾਉਂਦੇ ਸਾਨੂੰ ਬਚਾ ਲਓ, ਪਾਣੀ ਦੇ ਦਿਓ, ਪਰ ਅਸੀਂ ਐ ਨਹੀਂ ਆ। ਸਾਨੂੰ ਸਾਡੀ ਨਨਾਣ ਨੇ 1 ਕਦਮ ਹੀ ਅੱਗੇ ਨਹੀਂ ਭਰਨ ਦਿੱਤਾ। ਸਾਡੇ ਮੂੰਹ 'ਤੇ ਹੱਥ ਰੱਖਣੇ ਵੀ ਤੁਸੀਂ ਅੱਗੇ ਨਾ ਵਧੋ, ਵੀ ਇਹ ਤਾਂ ਬਚਾ ਲਓ। ਤੇ ਇਹ ਚੀਜ਼ਾਂ, ਕਈ ਚੀਜ਼ਾਂ ਇਹੋ ਜਿਹੀਆਂ ਸਾਨੂੰ, ਉਮਰ ਛੋਟੀ ਸੀ, ਇਹ ਵੀ ਨਹੀਂ ਮਹਿਸੂਸ ਕਰ ਸਕਦੇ ਸੀ ਵੀ ਇਹ ਇੱਜ਼ਤ ਬਚਾਉਣੀ ਜਾਂ ਸਾਡੇ ਨਾਲ ਇਹ ਹੋ ਜਾਏਗਾ, ਮੂੰਹ ਢੱਕ ਲਓ, ਇਹ ਕਰ ਲਓ, ਰੋਇਓ ਨਾ। ਇਹ ਕਿਉਂ ਹੋ ਰਿਹਾ, ਕੀ ਹੋ ਰਿਹਾ? ਸਾਨੂੰ ਲੋਕਾਂ ਨੂੰ ਤਾਂ ਇਹ ਨਹੀਂ ਸਮਝ ਆਈ ਸਾਡੀ ਜ਼ਿੰਦਗੀ ਸ਼ੁਰੂ ਕਿੱਥੋਂ ਹੋਈ ਤੇ ਕਿਵੇਂ ਖ਼ਤਮ ਹੋ ਗਈ। ਕਦੋਂ ਸਾਡਾ ਬਚਪਨਾ ਗਿਆ, ਕਦੋਂ ਜਵਾਨੀ ਆਈ, ਕਦੋਂ ਜਵਾਨੀ ਖ਼ਤਮ ਹੋਈ, ਕਦੋਂ ਬੁਢੇਪਾ ਆ ਗਿਆ। ਸਾਨੂੰ ਇਹੋ ਨਹੀਂ ਸਾਂ। ਅਸੀਂ ਮਿਹਨਤ ਕਰਦੇ ਹੀ ਰਹਿ ਗਏ ਤੇ ਆਪਣਿਆਂ ਨੂੰ ਰੋਂਦੇ ਹੀ ਰਹਿ ਗਏ ਤੇ ਯਾਦ ਕਰਦੇ ਹੀ ਰਹਿ ਗਏ। ਉਸ ਵੇਲੇ ਵਕਤ ਪਿਆ ਜਦੋਂ ਰੋਣ ਦਾ ਮਤਲਬ ਵੀ ਨਹੀਂ ਪਤਾ ਸੀ ਵੀ ਕਿ ਸਾਡੇ ਆਲੇ ਦੁਆਲੇ ਲੋਕ ਰੋ ਕਿਉਂ ਰਹੇ ਨੇ। ਇਹ ਸਾਰੀਆਂ ਚੀਜ਼ਾਂ ਦਾ ਕੁਝ ਵੀ ਨਹੀਂ ਸੀਗਾ। ਸਮਝ ਤੋਂ ਹੀ ਉਸ ਟਾਈਮ ਗੱਲ ਬਾਹਰ ਸੀਗੀ ਇਹ ਹੋ ਕੀ ਰਿਹਾ। ਜਦੋਂ ਕੈਂਪਾਂ ਵਿੱਚ ਗਏ ਆ, ਜਦੋਂ ਅਸੀਂ ਆਪਣੇ ਘਰ ਵਿੱਚੋਂ ਰਾਤ 8-8:30 ਵਜੇ ਸਾਨੂੰ ਲੈ ਕੇ ਕੈਂਪ ਦੇ ਵਿੱਚ ਜਾਣ ਲੱਗੇ, ਸਾਡੀ ਨਨਾਣ ਸੀ, ਕਹਿੰਦੀ ਆ ਲਾਸ਼ਾਂ ਪਈਆਂ ਹੋਈਆਂ, ਲਾਸ਼ਾਂ ਦੇ ਉੱਪਰੋਂ ਨਿਕਲੋਗੇ ਪਰ ਤੁਸੀਂ ਰੋਣਾ ਨਹੀਂ, ਕਿਸੇ ਨੇ ਆਵਾਜ਼ ਨਹੀਂ ਕੱਢਣੀ, ਕਿਸੇ ਨੂੰ ਇਹ ਨਾ ਪਤਾ ਲੱਗੇ ਭਈ ਮੈਂ ਕੁੜੀਆਂ ਲੈ ਕੇ ਜਾ ਰਹੀ ਹਾਂ ਕਿਤੇ। ਸਾਨੂੰ ਇਹ ਨਹੀਂ ਸੀ ਪਤਾ ਵੀ ਸਾਨੂੰ ਕਿਉਂ ਨਹੀਂ ਰੋਣ ਦਿੰਦੇ, ਸਾਨੂੰ ਕਿਉਂ ਢੱਕ ਕੇ ਲਿਜਾ ਰਹੇ ਨੇ, ਸਾਨੂੰ ਕਿੱਥੇ ਲਿਜਾ ਰਹੇ ਨੇ, ਸਾਨੂੰ ਇਹ ਵੀ ਨਹੀਂ ਸੀ ਪਤਾ। ਸਾਨੂੰ ਗੁਰਦੁਆਰੇ ਜਾ ਕੇ ਪਤਾ ਲੱਗਿਆ ਵੀ ਇੱਥੇ ਕੈਂਪ ਲੱਗਿਆ ਤਾਂ ਸਾਨੂੰ ਕੈਂਪ ਹੀ ਲੈ ਕੇ। ਗੁਰਦੁਆਰੇ 'ਚ ਕਿਹੋ ਜਿਹੇ ਹਾਲਾਤ ਸੀ ਬੀਬੀ ਜੀ? ਦੇਖੋ ਗੁਰਦੁਆਰਿਆਂ ਦੀ ਤੇ ਬਹੁਤ ਜ਼ਿਆਦਾ ਬੇਪਤੀ ਹੋਈ ਆ। ਲਾਰੈਂਸ ਰੋਡ ਇੱਕ ਸਾਡਾ ਰਿਸ਼ਤੇਦਾਰ ਸੀ, ਕੈਂਪ ਵਿੱਚ ਹੀ ਉਹਨੇ ਇਹ ਚੀਜ਼ ਦੱਸੀ ਆ। ਕਹਿੰਦੇ ਉੱਥੇ ਜਦੋਂ ਸਵੇਰ ਦੇ ਟਾਈਮ ਗਏ, ਕੀਰਤਨ ਹੋ ਰਿਹਾ ਸੀਗਾ ਆਸਾ ਦੀ ਵਾਰ ਦਾ, ਤੇ ਹਜੂਮ ਆਇਆ। ਜੋੜੇ ਲੈ ਕੇ ਹੀ, ਉਹ ਜੁੱਤੀਆਂ ਲੈ ਕੇ ਹੀ ਅੰਦਰ ਚਲੇ ਗਏ, ਨੰਗੇ ਸਿਰ ਸਾਰਾ ਅੰਦਰ ਚਲੇ ਗਏ। ਸੰਗਤ ਉੱਠ ਕੇ ਭੱਜੀ ਆ। ਉਹਨਾਂ ਨੇ ਪਹਿਲੇ ਹੀ ਜਾਂਦੇ ਸੰਗਤ ਨੂੰ ਤੇ ਬਾਅਦ ਵਿੱਚ ਕੁਝ ਕਿਹਾ। ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਲੈ ਕੇ ਜਿਵੇਂ ਸਿੱਟਣ ਲੱਗੇ ਤੇ ਉਹ ਭਾਈ ਜੀ ਜਿਹੜੇ ਉੱਥੇ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਬਾਹਾਂ ਵੀ ਲੈ ਲਿਆ ਤੇ ਉਹਦੀ ਪੱਗ ਲਾ ਕੇ ਉਹਨੂੰ ਕੇਸਾਂ ਤੋਂ ਧੂ ਕੇ ਉਹਨੂੰ ਲੱਤਾਂ ਮਾਰੀਆਂ, ਗੁਰੂ ਗ੍ਰੰਥ ਸਾਹਿਬ ਜੀ ਤੇ ਮਾਰੀਆਂ। ਫਿਰ ਉੱਥੇ ਹੀ ਜਿੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸੰਸਕਾਰ ਹੋਇਆ ਤੇ ਉਹ ਭਾਈ ਜੀ ਦਾ ਵੀ ਹੋਇਆ, ਗੁਰਦੁਆਰਾ ਸਾਹਿਬ ਦੇ ਅੰਦਰ ਹੀ। ਕਈ ਗੁਰਦੁਆਰੇ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜ ਕੇ ਨਾਲੀਆਂ ਦੇ ਵੀ ਰੋਲੇ ਗਏ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਦਿਨ ਤੱਕ। ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦੀ, ਪਰ ਇਹ ਉਹ ਗੱਲ ਸ਼ੁਰੂ ਹੋਈ ਆ ਤੇ ਮੈਂ ਕਹਾਂਗੀ ਜ਼ਰੂਰ ਕਿ ਮੈਂ ਇੱਕ ਰੱਬ ਤੋਂ ਡਰਦੀ ਹਾਂ। ਮੈਂ ਹੁਣ ਜੋ ਕੋਈ ਦੇਖ ਲਿਆ ਨਾ, ਉਸ ਤੋਂ ਬਾਅਦ ਡਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਸਾਡੇ ਕੋਲ। ਅਸੀਂ ਇੰਨੀ ਛੋਟੀ ਉਮਰ ਵਿੱਚ ਜੋ ਕੁਝ ਦੇਖਿਆ।
ਅੱਜ जितने भी मेरे वीर सरदार मेरे भरा गरम ख्यालीए जो भी हैं वो लड़ाइयाँ लड़ रहे हैं कि गुरु ग्रंथ साहिब जी की बेअदबी हो गई, इत्थे आ हो गया, इत्थे वो हो गया, फलान हो गया। मैं ये कहती हाँ कि ये 35 सालों तो अज दिन तक ये मुद्दा इन्हों ने क्यों नहीं चुकिया कि दिल्ली, यूपी, पटना, बिहार, कानपुर दे विच किन्ने गुरुद्वारे साहब जिहड़े ढह ढेरी होए, किन्ने गुरु ग्रंथ साहिब जी दीयां बेअदबियां होईयां, नालियां दे विच पन्ने रोले गए, पैरां दे थल्ले पन्ने रोले गए, उन्हां दी गल कोई क्यों नहीं करदा? साडियां उन्हां धीआं भैणां दी गल कोई क्यों नहीं करदा कि ਜਿਹੜੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦਾ ਅੱਜ ਦਿਨ ਤੱਕ ਪਤਾ ਨਹੀਂ, ਜਿਹੜੀਆਂ ਧੀਆਂ ਭੈਣਾਂ ਦੀਆਂ ਇੱਟਾਂ ਲੁੱਟੀਆਂ ਗਈਆਂ। ਇੱਕ ਸਾਡਾ ਗਵਾਹ ਸੀਗਾ, ਨਾਮ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ, ਉਹ ਇਸ ਟਾਈਮ ਅਮਰੀਕਾ ਰਹਿੰਦੇ ਆ। ਉਹਨਾਂ ਦੇ ਦੇਖੋ ਬ੍ਰਦਰ ਸੀਗਾ, ਉਹਨਾਂ ਦੇ ਫਾਦਰ ਦੀ ਡੈਥ ਹੋਈ, ਮਤਲਬ ਉਹਨਾਂ ਨੂੰ ਮਾਰ ਦਿੱਤਾ। ਔਰ ਜਿਹੜਾ ਛੋਟਾ ਭਰਾ ਸੀਗਾ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਮਾਂ ਦੇ ਨਾਲ ਬਲਾਤਕਾਰ ਹੋਇਆ। ਇਹ ਚੀਜ਼ ਕਦੀ ਸੁਣੀ ਆ ਕਿ ਕਿਸੇ ਦੇਸ਼ ਦੇ ਵਿੱਚ ਇਹ ਹਾਲਾਤ ਹੋਏ ਹੋਣ ਕਿ ਪੁੱਤਰਾਂ ਨੂੰ ਸਾਹਮਣੇ ਖੜਾ ਕੇ ਮਾਵਾਂ ਨੂੰ ਨੰਗਿਆ ਕੀਤਾ ਗਿਆ? ਇਹੋ ਜੀ ਲਾਨਤ ਹੈਗੀ ਆ ਸਰਕਾਰਾਂ ਨੂੰ। ਮੈਂ ਤਾਂ ਇਹ ਕਹਿੰਦੀ ਹਾਂ, ਲਾਨਤ ਆ ਸਰਕਾਰਾਂ ਨੂੰ। ਅਸੀਂ ਇਸ ਹਿੰਦੁਸਤਾਨ ਦੇ ਵਿੱਚ ਆਜ਼ਾਦ ਨਹੀਂ ਆ, ਅਸੀਂ ਅੱਜ ਵੀ ਗੁਲਾਮ ਆ। ਪਹਿਲੇ ਅਸੀਂ ਅੰਗਰੇਜ਼ਾਂ ਦੇ ਹੱਥੋਂ ਗੁਲਾਮ ਸੀ, ਫਿਰ ਅਸੀਂ ਕਾਂਗਰਸ ਦੇ ਹੱਥੋਂ ਗੁਲਾਮ ਹੋ ਗਏ। ਅਤੇ ਮੈਂ ਲਾਨਤ ਪਾਉਂਦੀ ਹਾਂ ਉਹਨਾਂ ਲੀਡਰਾਂ 'ਤੇ, ਉਹਨਾਂ ਸਰਕਾਰਾਂ 'ਤੇ ਜਿਨ੍ਹਾਂ ਨੂੰ ਅੱਜ ਦਿਨ ਤੱਕ ਇਹਨਾਂ ਚੀਜ਼ਾਂ ਦਾ ਅਹਿਸਾਸ ਨਹੀਂ ਆ। ਸਾਨੂੰ ਪੁੱਛੋ, ਸਾਡੇ ਕੋਲ ਤਾਂ ਇਹੋ ਜਿਹੀਆਂ ਗੱਲਾਂ, ਜੇ ਤੁਸੀਂ ਮੇਰੇ ਕੋਲੋਂ 4 ਦਿਨ ਵੀ ਲਗਾਤਾਰ ਪੁੱਛੀ ਜਾਓਗੇ, ਮੈਂ ਕੋਈ ਨਾ ਕੋਈ ਨਵੀਂ ਗੱਲ ਤੁਹਾਨੂੰ ਕੱਢ ਕੇ ਦੱਸੀ ਜਾਊਂਗੀ। ਕਿਉਂ ਸਾਡੇ ਹੱਡਾਂ 'ਤੇ ਬੀਤੀ ਦੀਆਂ। ਜਦੋਂ ਕੈਂਪਾਂ ਵਿੱਚ ਅਸੀਂ 100 ਜਨਾਨੀਆਂ ਇਕੱਠੀਆਂ ਬੈਠਦੀਆਂ ਸਾਂ, ਬੰਦੇ ਇਕੱਠੇ ਬੈਠਦੇ ਸਾਂ, ਉਹ ਹੱਡ ਬੀਤੀ ਇੱਕ ਦੂਜੀ ਜਿਹੜੀ ਹੈਗੀ ਆ, ਉਹ ਆਪਣੇ ਆਪ ਨੂੰ ਲੋਕੀ ਦੱਸਦੇ ਸਨ ਵੀ ਮੇਰੇ ਨਾਲ ਇਹ ਹੋਇਆ, ਮੇਰੇ ਨਾਲ ਇਹ ਹੋਇਆ। ਤੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਸਾਰੇ ਭਾਣਾ ਵਾਪਰੇ, ਸਭ ਕੁਝ ਖਤਮ ਹੋ ਗਿਆ, ਤਬਾਹ ਹੋ ਗਿਆ, ਤੇ ਫਿਰ ਇਨਸਾਫ ਦੀ ਲੜਾਈ ਕਿੱਥੇ ਤੱਕ ਪਹੁੰਚੀ ਹੈ? ਸੱਜਣ ਕੁਮਾਰ ਤੇ ਹੁਣ ਅੰਦਰ ਹੈ। ਦੇਖੋ ਜਿਹੜੀ ਇਨਸਾਫ ਦੀ ਲੜਾਈ ਆ, ਇੱਕ ਸੱਜਣ ਕੁਮਾਰ ਅੰਦਰ ਹੋਇਆ ਜਾਂ 1-2 ਹੋਰ ਜਿਹੜੇ ਹੋਏ ਕਾਤਲ ਅੰਦਰ ਹੋਏ, ਇਹ ਕੋਈ ਬਹੁਤ ਵੱਡਾ ਇਨਸਾਫ ਨਹੀਂ ਮਿਲਿਆ ਸਾਨੂੰ। ਜਗਦੀਸ਼ ਟਾਈਟਲ ਬਾਹਰ ਘੁੰਮਦਾ ਪਿਆ, ਜਿਹੜਾ ਉਹ ਦੂਸਰਾ ਹੈਗਾ ਕਮਲਨਾਥ, ਉਹਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਾਡੇ ਸਿਰ 'ਤੇ ਬਿਠਾਇਆ। ਇਹ ਜਿਹੜੀ ਹੈਗੀ ਆ ਸਾਡੇ ਵਾਸਤੇ ਸਭ ਤੋਂ ਵੱਡੀ ਚੁਭਨ ਹੈਗੀ ਆ ਕਿ ਜਿਹੜੇ ਸਾਡੇ ਕਾਤਲ ਹੈਗੇ, ਉਹਨੇ ਰਕਾਬ ਗੰਜ ਸਾਹਿਬ ਦੇ ਵਿੱਚ ਅੱਗਾਂ ਲਗਵਾਉਣ ਵਿੱਚ ਉਹਦਾ ਹੱਥ ਸੀ, ਬੰਦੇ ਮਰਵਾਉਣ ਵਿੱਚ ਉਹਦਾ ਹੱਥ ਸੀ। ਇਹ ਉਹਦਾ ਆਪਣਾ ਬਿਆਨ ਸੀ ਕਿ ਨਹੀਂ, ਮੈਂ ਉੱਥੇ ਖੜਾ ਸੀਗਾ। ਅਗਰ ਤੂੰ ਉੱਥੇ ਖੜਾ ਸੀਗਾ, ਤੂੰ ਕਾਂਗਰਸ ਦਾ ਲੀਡਰ ਸੀ, ਤੂੰ ਉਸ ਹਜੂਮ ਨੂੰ ਰੋਕਿਆ ਕਿਉਂ ਨਹੀਂ ਹੈਗਾ? ਜਦ ਕਿ ਇਹ ਨਹੀਂ ਸੀਗਾ, ਇਹ ਖੜਾ ਨਹੀਂ ਸੀ, ਇਹ ਉਹਨਾਂ ਨੂੰ ਸ਼ਹਿ ਦੇ ਰਿਹਾ ਸੀ ਕਿ ਜਲਾ ਦਿਓ ਸਭ ਕੁਛ, ਖ਼ਤਮ ਕਰ ਦਿਓ ਸਭ ਕੁਛ। ਅਤੇ ਉਹਨੂੰ ਅੱਜ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ। ਮੈਂ ਉਸ ਸੋਨੀਆ ਗਾਂਧੀ ਨੂੰ ਇੱਕ ਲਾਹਨਤ ਭੇਜਦੀ ਹਾਂ। ਇੱਕ ਚੀਜ਼ ਹੋਰ ਜ਼ਰੂਰ ਕਹੂੰਗੀ ਤੁਹਾਡੇ TV ਦੇ ਮਾਧਿਅਮ 'ਤੇ, ਦੁਨੀਆ ਨੂੰ ਪਤਾ ਲੱਗਣਾ ਚਾਹੀਦਾ, ਇੱਕ ਔਰਤ ਜਿਹੜੀ ਹੈਗੀ ਆ ਨਾ, ਇਹਦੇ ਵਿੱਚ ਅਗਰ ਇਨਸਾਨੀਅਤ ਹੈ, ਅਗਰ ਉਹ ਸਹੀ ਮਾਇਨੇ ਵਿੱਚ ਔਰਤ ਹੈ, ਉਹ ਆਪਣੀ ਔਲਾਦ ਨੂੰ ਵੀ ਹਰ ਗਲਤ ਕੰਮ ਕਰਨ ਤੋਂ ਰੋਕੇਗੀ, ਆਪਣੇ ਘਰ ਵਾਲੇ ਨੂੰ ਵੀ ਗਲਤ ਕੰਮ ਕਰਨ ਤੋਂ ਰੋਕੇਗੀ, ਸਭ ਕੁਛ। ਅਗਰ ਸੋਨੀਆ ਗਾਂਧੀ ਅੱਛੀ ਹੁੰਦੀ, ਇਹ ਨਾ ਤਾਂ ਇੱਕ ਅੱਛੀ ਮਾਂ ਬਣ ਸਕੀ, ਨਾ ਅੱਛੀ ਇਹ ਪਤਨੀ ਬਣ ਸਕੀ, ਨਾ ਅੱਛੀ ਭੈਣ ਨਾ ਹੀ ਅੱਛੀ ਔਰਤ ਬਣ ਸਕੀ। ਜੇ ਅੱਛੀ ਪਤਨੀ ਹੁੰਦੀ ਤਾਂ ਇਹ ਆਪਣੇ ਘਰ ਵਾਲੇ ਨੂੰ ਕਹਿੰਦੀ ਜੋ ਹੋ ਗਿਆ ਠੀਕ ਆ, ਸਜ਼ਾਵਾਂ ਦਵਾਓ। ਜਿਨ੍ਹਾਂ ਨੇ ਕਤਲ ਕੀਤਾ ਉਹ ਤਾਂ ਤੁਹਾਡੇ ਹੱਥ ਵਿੱਚ ਹਨ, ਉਹਨਾਂ ਨੂੰ ਤਾਂ ਤੁਸੀਂ ਫਾਂਸੀ ਦੇ ਹੀ ਦੇਣੀ ਆ। ਉਹਨਾਂ ਵਾਸਤੇ ਤਾਂ ਆਰਡਰ ਹੀ ਅਲੱਗਨ ਕਿ 3 ਮਹੀਨੇ ਵਿੱਚ ਫਾਂਸੀ ਦੇ ਦਿਓ। ਤੁਸੀਂ ਇੱਕ ਬੇਗੁਨਾਹ ਲੋਕਾਂ ਦੇ ਕਤਲੇਆਮ ਕਰਾਉਣ ਦਾ ਆਰਡਰ ਕਿਉਂ ਦੇ ਰਹੇ ਹੋ? ਇਹ ਰੋਕ ਸਕਦੀ ਸੀ। ਇਹ ਅਗਰ ਇੱਕ ਦੇਖੋ ਅੱਛੀ ਮਾਂ ਹੁੰਦੀ ਤੇ ਲੋਕਾਂ ਦੇ ਬੱਚੇ ਯਤੀਮ ਨਾ ਹੁੰਦੇ। ਜੇ ਅੱਛੀ ਭੈਣ ਹੁੰਦੀ ਤੇ ਲੋਕਾਂ ਦੇ ਭੈਣਾਂ ਜਿਹੜੀਆਂ ਰੱਖੜੀ ਵੱਲ ਤੇ ਤਰਸਦੀਆਂ ਨਾ, ਇਹ ਸਾਡੇ ਭਰਾ ਨਹੀਂ ਅਸੀਂ ਕਿਹਨੂੰ ਰੱਖੜੀ ਬੰਨਾ, ਉਹ ਸਾਡੀਆਂ ਭੈਣਾਂ ਵਿਧਵਾ ਨਾ ਹੁੰਦੀਆਂ ਜਿਨ੍ਹਾਂ ਨੂੰ ਉਸ ਟਾਈਮ ਸਿਰ ਦੇ ਸਾਈਂ ਚਲੇ ਗਏ। ਉਸ ਹਿੰਦੁਸਤਾਨ ਦੀ ਰਾਜਧਾਨੀ ਜਿਹੜੀ ਦਿੱਲੀ ਰਾਜਧਾਨੀ ਹੈ ਹਿੰਦੁਸਤਾਨ ਦੀ, ਉਹ ਲਾਹਨਤ ਆ ਉਹਨਾਂ ਲੀਡਰਾਂ 'ਤੇ ਅਤੇ ਸਰਕਾਰਾਂ 'ਤੇ ਕਿ ਉਸ ਰਾਜਧਾਨੀ ਦੇ ਵਿੱਚ ਇੱਕ ਵਿਡੋ ਕਲੋਨੀ ਹੈਗੀ ਆ ਦਿੱਲੀ ਦੇ ਵਿੱਚ। ਸ਼ਰਮ ਆਉਣੀ ਚਾਹੀਦੀ ਆ ਸਾਡੇ ਹਿੰਦੁਸਤਾਨ ਦੇ ਵਿੱਚ ਉਹਨਾਂ ਲੀਡਰਾਂ ਨੂੰ ਅਤੇ ਉਹਨਾਂ ਸਰਕਾਰਾਂ ਨੂੰ, ਜਿਹੜੀਆਂ ਵੀ ਮੌਕੇ ਦੀਆਂ ਸਰਕਾਰਾਂ ਆਈਆਂ। ਜੀ ਕੁਝ ਕੁ ਲੋਕ ਤਾਂ ਇਹ ਕਹਿੰਦੇ ਨੇ ਕਿ ਬਹੁਤ ਵੇਲਾ ਹੋ ਗਿਆ, 3 ਦਹਾਕਿਆਂ ਤੋਂ ਉੱਪਰ ਦਾ ਵੇਲਾ ਹੋ ਗਿਆ, ਹੁਣ ਭੁੱਲ ਜਾਣਾ ਚਾਹੀਦਾ ਜਦੋਂ ਕਾਂਗਰਸ ਦੇ ਲੀਡਰ ਮਾਫੀ ਮੰਗ ਚੁੱਕੇ ਨੇ ਆ ਕੇ ਦਰਬਾਰ ਸਾਹਿਬ। ਦੇਖੋ ਪਹਿਲੀ ਗੱਲ ਤਾਂ ਇਹ ਆ
ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਉਹਨਾਂ ਦੇ ਘਰ ਦਾ ਕੋਈ ਜੀ ਮਰਿਆ ਨਹੀਂ ਆ। ਜਦੋਂ ਘਰ ਦੇ ਵਿੱਚ ਇੱਕ ਸਧਾਰਨ ਤੌਰ ਤੇ ਵੀ ਕਿਸੇ ਦੀ ਮੌਤ ਹੋ ਜਾਵੇ ਨਾ, ਉਹ ਵੀ ਨਹੀਂ ਭੁੱਲੀ ਜਾਂਦੀ। ਤੇ ਇਹ ਤੇ ਸਾਡੇ ਸਾਹਮਣੇ ਜੀਂਦੇ ਜਾਗਦੇ ਰੋਟੀਆਂ ਖਾਂਦੇ, ਰੋਟੀ ਦੀ ਬੁਰਕੀ ਅੰਦਰ ਕਰਨੀ ਨਸੀਬ ਨਹੀਂ ਹੋਈ ਤੇ ਮੂੰਹਾਂ ਦੇ ਵਿੱਚ ਪੈਟਰੋਲ ਪਾ ਕੇ ਜਿੰਦੇ ਜਲਾਏ ਤੇ ਤੜਫਦੇ ਅਸੀਂ ਅੱਖੀ ਦੇਖ ਕੇ ਅਸੀਂ ਭੁੱਲ ਸਕਦੇ ਹਾਂ? ਮੈਂ ਕਹਿੰਦੀ ਹਾਂ ਮੈਂ ਮਰ ਵੀ ਜਾਊਂਗੀ ਤੇ ਮੇਰੇ ਸੀਨੇ ਦੇ ਵਿੱਚ ਉਹਨਾਂ ਦੇ ਨਾਮ ਲਿਖੇ ਰਹਿਣਗੇ, ਉਹ ਚੀਜ਼ਾਂ ਕਿ ਮੇਰੇ ਇਹਨਾਂ ਦੋ ਭਰਾਵਾਂ ਨੂੰ ਐਂ ਕਰਕੇ ਮਾਰਿਆ ਸੀਗਾ, ਐਂ ਕਰਕੇ ਮੇਰੇ ਸਾਹਮਣੇ ਤੜਫੇ ਸਨ, ਐਂ ਜੱਲੇ ਸਨ, ਐਂ ਹੋਇਆ ਸੀਗਾ। ਫਿਰ ਉਹਨਾਂ ਦੀਆਂ ਲਾਸ਼ਾਂ ਕੁੱਤਿਆਂ ਨੇ ਖਾਧੀਆਂ, ਸੂਰ ਖਿੱਚ ਕੇ ਲੈ ਗਏ, ਉਹਨਾਂ ਦੀਆਂ ਬੇਕਦਰੀਆਂ ਉਹ ਅਸੀਂ ਕਿਵੇਂ ਭੁੱਲਾਂ? ਉਹ ਨਹੀਂ ਭੁੱਲਿਆ ਜਾਂਦਾ। ਇਹ ਉਹੀ ਉਹ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨਹੀਂ ਆ। ਦੂਸਰੀ ਗੱਲ ਇਹ ਜਿਹੜੀ ਮਾफ़ੀ ਵਾਲੀ ਤੁਸੀਂ ਕਹੀ, ਸੋਨੀਆ ਗਾਂਧੀ ਨੇ ਆ ਕੇ ਮਾफ़ੀ ਮੰਗੀ। ਉਸ ਤੋਂ ਪਹਿਲੇ ਰਾਜੀਵ ਗਾਂਧੀ ਜਿੰਦਾ ਸੀਗਾ, ਜਿਹੜਾ ਕਾਤਲ ਜਿਹਨੇ ਕਤਲੇਆਮ ਕਰਵਾਇਆ, ਉਹਨੇ ਆ ਕੇ ਕਦੀ ਮਾफ़ੀ ਮੰਗੀ? ਉਹਦਾ ਪੁੱਤਰ ਹੈਗਾ ਹੁਣ ਜਿਹੜਾ ਆਪਣੇ ਆਪ ਨੂੰ ਬੜਾ ਲੋਕਾਂ ਦਾ ਹਮਦਰਦ ਕਹਿ ਰਿਹਾ, ਉਹਨੇ ਕਦੀ ਆ ਕੇ ਮਾफ़ੀ ਮੰਗੀ? ਇਹਨਾਂ ਨੇ ਮਾफ़ੀ ਕਿਹਦੇ ਤੋਂ ਮੰਗਵਾਈ? ਜਿਹੜਾ ਪ੍ਰਧਾਨ ਮੰਤਰੀ ਬਣਿਆ ਸਰਦਾਰ ਮਨਮੋਹਨ ਸਿੰਘ, ਇਹਨਾਂ ਨੇ ਉਹਦੇ ਤੋਂ ਮਾफ़ੀ ਮੰਗਵਾਈ। ਉਹਦੇ ਤੋਂ ਕਿਉਂ ਮਾफ़ੀ ਮੰਗਵਾਈ? ਕਤਲੇਆਮ ਉਹਨੇ ਨਹੀਂ ਸੀ ਕਰਵਾਇਆ, ਕਤਲੇਆਮ ਰਾਜੀਵ ਗਾਂਧੀ ਨੇ ਕਰਵਾਇਆ ਸੀ। ਉਹਦੇ ਪਰਿਵਾਰ ਨੂੰ ਮਾफ़ੀ ਮੰਗਣ ਦਾ ਹੱਕ ਸੀ, ਉਹਨਾਂ ਨੇ ਮਾफ़ੀ ਨਹੀਂ ਮੰਗੀ। ਤੇ ਇੱਕ ਹੋਰ ਚੀਜ਼, ਵੇਲੇ ਦੇ ਲੀਡਰ ਵੀ ਤਾਂ ਬਹੁਤ ਰਹੇ ਨੇ, ਲੀਡਰਾਂ ਨੇ ਵੀ ਨਹੀਂ ਕਿਸੇ ਨੇ ਸੁਣੀ। ਸਾਡੇ ਸਿੱਖ ਕੌਮ ਦੇ ਵੀ ਬੜੇ ਲੀਡਰ ਸੀ ਜਿਹੜੇ ਕਿ ਆਪਣੇ ਆਪ ਨੂੰ ਗਰਦਾਨਦੇ ਸੀ ਕਿ ਅਸੀਂ ਬੜੇ ਸਿੱਖ ਹਤੈਸ਼ੀ ਹਾਂ, ਭਾਈਚਾਰਕ ਹਤੈਸ਼ੀ ਹਾਂ, ਉਹਨਾਂ ਨੇ ਵੀ ਨਹੀਂ ਤੁਹਾਡੀ ਬਾਂਹ ਫੜੀ। ਦੇਖੋ ਸਾਡਾ ਜਿਹੜਾ ਹੈਗਾ ਵੀ ਸਾਡੇ ਜ਼ਖਮਾਂ 'ਤੇ ਮਰਹਮ ਲਗਾਉਣ ਦਾ ਕਿਸੇ ਲੀਡਰ ਨੇ ਕੁਛ ਨਹੀਂ ਕੀਤਾ। ਜਦੋਂ ਇਲੈਕਸ਼ਨਾਂ ਆਉਂਦੀਆਂ 84 ਦਾ ਮੁੱਦਾ ਜਾਗ ਜਾਂਦਾ, ਚਾਹੇ ਉਹ ਕੋਈ ਪਾਰਟੀ ਵੀ ਹੋਵੇ। ਹਾਂ, ਇਲੈਕਸ਼ਨਾਂ ਦੇ ਟਾਈਮ 'ਤੇ 84 ਦਾ ਮੁੱਦਾ ਜਾਗ ਜਾਂਦਾ। ਸਾਨੂੰ ਵੀ ਆ ਕੇ ਪਲੋਸ ਲੈਂਦੇ ਨੇ, ਇਲੈਕਸ਼ਨਾਂ ਤੋਂ ਬਾਅਦ ਤੁਹਾਡਾ ਆਹ ਵੀ ਕਰ ਦਾਂਗੇ, ਆਹ ਵੀ ਕਰ ਦਾਂਗੇ, ਆਹ ਵੀ ਕਰ ਦਾਂਗੇ। 35,000 ਪਰਿਵਾਰ ਪੰਜਾਬ ਦੇ ਵਿੱਚ ਬੈਠਾ ਹੋਵੇ ਤੇ ਇੱਕ 2500 ਮਕਾਨ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਨੂੰ ਉਹਨਾਂ ਨੇ ਦਿੱਤਾ ਹੈਗਾ, ਫਿਰ ਵੀ ਉਹਨਾਂ ਦਾ ਧੰਨਵਾਦ ਆ। ਉਹਨਾਂ ਨੇ 327 ਬੂਥ ਦਿੱਤੇ ਇੱਥੇ ਲੁਧਿਆਣੇ ਦੇ ਵਿੱਚ, 200 ਪਟਿਆਲੇ ਦੇ ਵਿੱਚ, 200 ਮੋਹਾਲੀ ਦੇ ਵਿੱਚ। ਚਲੋ ਉਹਨਾਂ ਦਾ ਧੰਨਵਾਦ, ਉਹਨਾਂ ਨੇ ਇੰਨਾ ਕੀਤਾ। ਪਰ ਇੰਨੇ ਨਾਲ ਸਾਡੇ ਲੋਕਾਂ ਦਾ ਢਿੱਡ ਨਹੀਂ ਭਰਦਾ। ਸਭ ਤੋਂ ਪਹਿਲੇ ਤਾਂ ਸਾਡਾ ਢਿੱਡ ਤਾਂ ਭਰਦਾ ਸਾਡੇ ਕਾਤਲਾਂ ਨੂੰ ਸਜ਼ਾਵਾਂ ਮਿਲਣ। ਉਸ ਤੋਂ ਬਾਅਦ ਜਿਹੜੇ ਜੀਂਦੇ ਹੈਗੇ, ਸਾਨੂੰ ਰਹਿਣ ਨੂੰ ਜਗ੍ਹਾ ਵੀ ਚਾਹੀਦੀ ਆ, ਸਾਨੂੰ ਖਾਣ ਨੂੰ ਵੀ ਕੁਝ ਚਾਹੀਦਾ, ਪਾਉਣ ਨੂੰ ਕੱਪੜਾ ਵੀ ਚਾਹੀਦਾ। ਜਿਹੜੇ ਇੱਥੇ ਮਕਾਨ ਅਸੀਂ ਲੋਕਾਂ ਨੂੰ ਦਵਾਏ, ਮੈਂ ਆਪਣੀ ਅੱਖੀਂ ਇਹ ਚੀਜ਼ ਦੇਖੀ, ਮੈਂ ਬੜੀ ਲੜਾਈ ਲੜੀ ਇਹਨਾਂ ਮਕਾਨਾਂ ਵਾਸਤੇ, ਲੋਕਾਂ ਨੂੰ ਵਸਾਉਣ ਵਾਸਤੇ। ਜਦੋਂ ਲੋਕਾਂ ਨੂੰ ਮਕਾਨ ਮਿਲ ਜਾਂਦਾ ਸੀ ਨਾ, ਤੇ ਉਹ ਸ਼ੁਕਰ ਕਰਦੇ ਸਨ ਕਿ ਇਹ ਮਕਾਨ ਵੇਚ ਕੇ ਨਾ ਆ 2 ਧੀਆਂ ਬੈਠ ਕੇ ਇਹਨਾਂ ਦਾ ਵਿਆਹ ਕਰਾਂਗੇ। ਸਾਡੇ ਲੋਕ ਇਹ ਕਹਿੰਦੇ ਸਨ ਇਹ ਮਕਾਨ ਵੇਚਾਂਗੇ, ਇੱਕ ਆਟੋ ਲੈ ਲਵਾਂਗੇ, ਇੱਕ ਰਕਸ਼ਾ ਲੈ ਲਵਾਂਗੇ, ਰੋਟੀ ਖਾ ਲਵਾਂਗੇ, ਕਿਰਾਇਆ ਭਰ ਲਾਂਗੇ, ਪਰ ਧੀਆਂ ਵਿਆਹੀਆਂ ਜਾਵਣ। ਉਹਨਾਂ ਲੋਕਾਂ ਦੀ ਸਾਰ ਕਿਸੇ ਨੇ ਵੀ ਨਹੀਂ ਪੁੱਛੀ। ਜੋ ਹੋਣਾ ਚਾਹੀਦਾ ਸੀ ਸਰਕਾਰਾਂ ਵੱਲੋਂ, ਜੋ ਵੀ ਮੌਕੇ ਦੀਆਂ ਸਰਕਾਰਾਂ ਆਈਆਂ, ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। 35 ਸਾਲ ਹੋ ਗਏ, ਸਾਡੀ ਪੂਰੀ ਜ਼ਿੰਦਗੀ ਨਿਕਲ ਗਈ ਰੁਲਦਿਆਂ ਹੋਇਆਂ, ਪਤਾ ਨਹੀਂ ਅੱਗੋਂ ਕੀ ਹੋਣਾ ਸਾਡੇ ਨਾਲ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਉਹ ਸਿੱਖ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਬੀਬਾ ਜੀ, ਜਿਹੜੇ ਇਸ ਵੇਲੇ ਲੁਧਿਆਣਾ ਦੇ ਵਿੱਚ ਦੰਗਾ ਜਿਹੜੇ ਪੀੜਤ ਅਸੀਂ ਕਹਿ ਸਕਦੇ, ਦੰਗਾ ਪੀੜਤ ਨਹੀਂ, ਅਸੀਂ ਕਤਲੇਆਮ ਪੀੜਤ ਕਹਾਂਗੇ। ਕਤਲੇਆਮ ਪੀੜਤਾਂ ਦੀ ਬਾਂਹ ਪਿਛਲੇ 35 ਸਾਲਾਂ ਤੋਂ ਇਹਨਾਂ ਨੇ ਫੜੀ ਹੋਈ ਹੈ। ਕੋਈ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਤਾਂ ਬੀਬਾ ਜੀ ਕੋਲ ਆਉਂਦੇ ਨੇ ਔਰ ਕੋਸ਼ਿਸ਼ ਕਰਦੇ ਨੇ ਬੀਬਾ ਜੀ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਕੋਈ ਦਿੱਕਤਾਂ ਨੇ, ਉਹ ਦੂਰ ਕਰ ਸਕਣ। ਪਰ ਨਾਲ ਹੀ ਬੀਬਾ ਜੀ ਨੇ ਇੱਕ ਬੜੀ ਗੱਲ ਜਿਹੜੀ ਅੱਜ ਉਹ ਇਹ ਕੀਤੀ ਹੈ ਕਿ ਜਿਹੜਾ ਸਿੱਖ ਕੌਮ ਹੈ ਉਹ ਕਦੇ ਵੀ 84 ਕਤਲੇਆਮ ਨੂੰ ਭੁੱਲ ਨਹੀਂ ਸਕਦੀ। ਜਿਨ੍ਹਾਂ ਦੇ ਲੋਕ ਆਪਣੇ ਲੋਕ ਗਏ ਨੇ, ਰੋਟੀਆਂ ਖਾਂਦੇ ਉਹਨਾਂ ਦੇ ਘਰੋਂ ਗਏ ਨੇ, ਹੱਸਦੇ ਵਸਦੇ ਪਰਿਵਾਰ, ਹੱਸਦੇ ਵਸਦੇ ਕਾਰੋਬਾਰ ਜਿਨ੍ਹਾਂ ਦੇ ਉਜੜੇ ਨੇ, ਉਹ ਰਹਿੰਦੀ ਦੁਨੀਆ ਤੱਕ ਇਸ ਕਤਲੇਆਮ ਨੂੰ ਨਹੀਂ ਭੁੱਲ ਸਕਦੇ। ਕਾਸਿਫ ਫਾਰੂਕੀ, ਹਕੀਕਤ TV ਪੰਜਾਬੀ, ਲੁਧਿਆਣਾ।